जिस वेले असीं 11वां भाव पढ़ते पे हैं तो इत्थे असीं स्टोरी पढ़ते पे हैं कि लोकां दा गुड़ बढ़ाउणा। और जिहड़ी मेन चीज़ आ इत्थे असीं जिहड़ी देखी हैगी आ ओह कि लोक ਜਿਹੜੇ ਲੋਕ ਗੁੜ ਬਣਾਉਂਦੇ ਪਏ ਆ ਉਹ ਕੀ ਅਕਸਰ ਅਸੀਂ ਉੱਥੇ ਮਾਸ ਖਾਂਦੇ ਸੀ, ਅਸੀਂ ਉੱਥੇ ਗੰਢੀਆਂ ਖਾਂਦੇ ਸੀ, ਅਸੀਂ ਉੱਥੇ ਜਿੰਨੀਆਂ ਚੀਜ਼ਾਂ ਪਿਆਜ਼, ਖੀਰੇ, ਖਰਬੂਜੇ, ਹਰੀਆਂ ਗੰਢੀਆਂ, ਲਸਣ ਖਾਂਦੇ ਸੀ। ਇੱਥੇ ਸਾਨੂੰ ਮੱਛੀ ਮੁਫਤ ਦੇ ਵਿੱਚ ਮਿਲਦੀ ਸੀ, ਮਾਸ ਮੱਛੀ ਮੁਫਤ ਦੇ ਵਿੱਚ ਮਿਲਦੀ ਸੀ। ਸੋ ਮਾਸ ਮੱਛੀ ਸਭ ਤੋਂ ਪਹਿਲਾਂ ਉਹ ਮਾਸ ਮੱਛੀ ਕਿਹੜੇ ਹੁੰਦੇ ਸੀਗੇ ਜਿਹੜੇ ਇਹਨਾਂ ਨੂੰ ਮਿਲਦੇ ਸੀਗੇ? ਉਹ ਰਹਿੰਦ ਖੂੰਦ ਹੁੰਦੀ ਸੀ ਜਿਹੜੀ ਦੇਵਤਿਆਂ ਦੇ ਮੋਹਰੇ ਉਹ ਚੜਾਉਂਦੇ ਸੀਗੇ ਤਾਂ ਫਿਰ ਉਹ ਇਹਨਾਂ ਨੂੰ ਪਚਾ ਦਿੱਤੇ ਜਾਂਦੇ ਸੀਗੇ। ਔਰ ਇਹਨਾਂ ਨੂੰ ਇੱਕ ਚੀਜ਼ ਇਹ ਭੁੱਲ ਗਈ ਆ ਕਿ ਅਸੀਂ ਉੱਥੋਂ ਕੋੜੇ ਖਾਂਦੇ ਵੀ ਆਏ। ਇਹਨਾਂ ਦੀ ਖੁਰਾਕ ਦੇ ਨਾਲ ਇੱਕ ਖੁਰਾਕ ਇਹਨੂੰ ਉਹਦੀ ਵੀ ਇਹਨਾਂ ਨੂੰ ਦਿੱਤੀ ਜਾਂਦੀ ਸੀ ਤਾਂ ਕਿ ਇਹਨਾਂ ਨੂੰ ਹਜਮ ਚੰਗੀ ਤਰ੍ਹਾਂ ਹੋਵੇ, ਉਸ ਨੂੰ ਭੁੱਲ ਗਏ। ਔਰ ਜਿਸ ਚੀਜ਼ ਨੂੰ ਇਹ ਜਾਣਦੇ ਨਹੀਂ ਉਹ ਇਹ ਚੀਜ਼ ਆ ਕਿ ਇਹਨਾਂ ਦਾ ਕਲੈਂਜ਼ਿੰਗ ਪ੍ਰੋਸੈਸ ਚੱਲਦਾ ਪਿਆ ਕੌਮ ਦਾ। ਪ੍ਰਭੂ ਦੇ ਲਈ ਇਹਨਾਂ ਨੂੰ ਮਾਸ ਮੱਛੀਆਂ ਦੇਣਾ ਕੋਈ ਮੁਸ਼ਕਲ ਨਹੀਂ ਸੀ, ਇਹਨਾਂ ਦਾ ਇੱਕ ਕਲੈਂਜ਼ਿੰਗ ਪ੍ਰੋਸੈਸ ਚੱਲਦਾ ਪਿਆ। ਇਸ ਕੌਮ ਨੂੰ ਇੱਕ ਡਿਸਪਲਿਨ ਸਿਖਾਇਆ ਜਾ ਰਿਹਾ। ਸੋ ਲੇਕਿਨ ਇੱਥੇ ਜਿਹੜੀ ਗੁੜਬੜਾਹਟ ਦੇ ਵਿੱਚ ਅਸੀਂ ਜਿਹੜੀ ਚੀਜ਼ ਦੇਖਣੀ ਆ ਉਹ ਇਹ ਦੇਖਣੀ ਆ, ਚੌਥੀ ਆਇਤ ਤੋਂ ਸ਼ੁਰੂ ਹੁੰਦੀ ਆ ਕਿ ਗੁੜ ਬਣਾਉਣ ਵਾਲੇ ਕੌਣ ਸੀ। ਜਿਸ ਤਰ੍ਹਾਂ ਕਿ ਅਸੀਂ ਦੇਖਿਆ ਤਬੇਲਾ ਦੀ ਥਾਂ ਤੇ ਵੀ ਉਹ ਗੁੜ ਬਣਾਏ, ਉੱਥੇ ਪ੍ਰਭੂ ਨੇ ਉਹਨਾਂ ਦੇ ਉੱਤੇ ਅੱਗ ਘੱਲੀ। ਉਸ ਤੋਂ ਬਾਅਦ ਹੁਣ ਦੇਖੋ ਇੱਥੇ ਆਉਂਦਾ, ਇਜ਼ਰਾਈਲੀਆਂ ਲੋਕਾਂ ਦੇ ਨਾਲ ਕੁਝ ਪਰਾਈਆਂ ਜਾਤਾਂ ਦੇ ਲੋਕ ਵੀ ਸਫ਼ਰ ਕਰ ਰਹੇ ਸਨ। ਉਹ ਮਾਸ ਖਾਣ ਦੇ ਲਈ ਤਰਸਣ ਲੱਗੇ ਅਤੇ ਇਜ਼ਰਾਈਲੀ ਆਪ ਵੀ ਇਹ ਕਹਿ ਕੇ ਗੁੜ ਬਣਾਉਣ ਲੱਗੇ ਕਿ ਸਾਨੂੰ ਮਿਸਰ ਦੇ ਵਿੱਚ ਮਾਸ ਮੱਛੀ ਮੁਫਤ ਖਾਣ ਦੇ ਵਿੱਚ ਮਿਲਦੀ ਸੀ, ਸਾਨੂੰ ਉੱਥੇ ਖੀਰੇ ਖਰਬੂਜੇ ਖਾਣ ਦੇ ਲਈ ਮਿਲਦੇ ਸੀ। ਇੰਨੀਆਂ ਚੀਜ਼ਾਂ ਕਿਹਨਾਂ ਨੂੰ ਮਿਲਦੀਆਂ ਸੀ ਖਾਣ ਦੇ? ਉਹਦੇ ਲਈ ਸਾਨੂੰ ਥੋੜਾ ਪਿੱਛੇ ਜਾਣਾ ਪੈਣਾ। ਮੇਰੇ ਨਾਲ ਲੇਵੀਆਂ ਦੇ 24ਵੇਂ ਭਾਵ ਦੇ ਵਿੱਚ ਆ, ਲੇਵੀਆਂ ਦਾ 24ਵਾਂ ਭਾਵ, ਔਰ उसका कोई जाना पन्ना है 173 पुराने नियम का। कोई जाना इसकी 10 आयत तो लैके 23 आयत तक पढ़ दो। और उत्थे असी देखना कि जिस इन्ने सख्त कानून दिते गए, इन्ने ज्यादा सख्तियां कीतियां गईयां, क्यों कीतियां गईयां, इत्थे असी वो चीज देखनी। सो कोई जाना इस 10वीं आयत तो लैके 23 आयत तक। चौबीवां पाठ किसनू मिलता? रोक के रखा। प्रभु ने मूसा नूं कहा, उस मनुख नूं डेरियां तो बाहर लै जावो, उत्थे उसदे सिर ते ओ सब लोग हथ रखण जिन्हां ने उस नूं प्रभु दी निंदा करदे सुनिया सी। तर सब लोग मिल के उस नूं पथराओ करन, तू इजराइल दे सब लोकां नूं दस के हर मनुख दा जो भी प्रभु दी निंदा करेगा पाप उसदे सिर लगेगा। जो कोई भी चाहे ओ देसी होवे जां परदेसी जो तुहाडे विच रह रहा होवे, प्रभु दे नां दी निंदा करन वाला सब संगत दे लोकां द्वारा पथराव कीता जावे। जो मनुख किसी दूजे मनुख दी जान लवे उसनूं मौत दी सजा दित्ती जावे। जो मनुख किसी दे पशु नूं मारे उसनूं दूजा पशु देवे। सो गल की निजमी बल दे तौर ते प्राण दे बदले प्राण लिया जावे। जेकर कोई मनुख किसी दूजे मनुख दा कोई अंग तोड़े तां उसदा भी ओही अंग तोड़ दित्ता जावे। सट दे बदले सट, अख दे बदले अख अते दंद दे बदले दंद। सो जो कुछ भी कोई किसी दूजे दे शरीरक नुकसान करे तो उसका भी उही किया जावे। इस तरह जो कोई किसी दे पशु नूं मारे वो उस पशु की थां दूजा भरे, पर जो कोई किसी मनुख की जान लवे तो उसनूं मौत की सजा दित्ती जावे। ये नियम सब ते लागू होवे, चाहे कोई इजराइली होवे जां पराया। मैं प्रभु तुहाडा परमेश्वर हाँ। मूसा दे ये सब कह चुकण दे पिछों लोकां ने प्रभु दे नां दी निंदा करन वाले मनुख नूं डेरियां तो बाहर लै जाके पथराव कर दिता। इस तरह उन्हां प्रभु दी आग्या पूरी कीती। आमीन।
Pastor ਜੀ ਤੁਸੀਂ ਮਿਊਟ ਤੇ ਆ। Yeah, we can't hear you. Okay, so ਜਿਸ ਲਈ ਅਸੀਂ ਵਾਪਸ ਆਉਂਦੇ ਹਾਂ 10ਵੀਂ ਆਇਤ। ਇੱਕ ਆਦਮੀ ਸੀ, ਉਸਦਾ ਪਿਤਾ ਮਿਸਰੀ ਸੀ ਪਰ ਮਾਂ ਇਜ਼ਰਾਈਲੀ ਸੀ। ਇਸ ਦਾ ਨਾਂ ਸਲੋਮੀਤ ਸੀ ਅਤੇ ਦਾਨ ਦੇ ਕਬੀਲੇ ਦਾ ਸੀ। ਉਸ ਆਦਮੀ ਦਾ ਝਗੜਾ ਡੇਰਿਆਂ ਦੇ ਵਿੱਚ ਕਿਸੇ ਇਜ਼ਰਾਈਲੀ ਆਦਮੀ ਦੇ ਨਾਲ ਹੋ ਗਿਆ, ਪਰ ਇਜ਼ਰਾਈਲੀ ਔਰਤ ਦੇ ਪੁੱਤਰ ਨੇ ਪ੍ਰਭੂ ਦੇ ਨਾਂ ਦੀ ਨਿੰਦਾ ਕੀਤੀ। ਲੋਕ ਉਸ ਆਦਮੀ ਨੂੰ ਮੂਸਾ ਦੇ ਕੋਲ ਲੈ ਆਏ। ਸੋ ਹੁਣ ਉੱਥੋਂ ਉਸ ਦੀ ਸਜ਼ਾ ਸ਼ੁਰੂ ਹੁੰਦੀ। ਸੋ ਅਸੀਂ ਕੀ ਦੇਖਿਆ ਕਿ ਇਹਨਾਂ ਦੇ ਵਿੱਚ ਉਹ ਲੋਕ ਸੀਗੇ ਜਿਨ੍ਹਾਂ ਦੀਆਂ ਮਾਵਾਂ ਇਜ਼ਰਾਈਲੀ ਸੀ, ਪਰ ਉਹਨਾਂ ਦੇ ਜਿਹੜੇ ਬਾਪ ਸੀ ਉਹ ਇਜਿਪਸ਼ੀਅਨ ਸੀ। ਸੋ ਉਹ ਜਿਹੜੇ ਲੋਕ ਸੀਗੇ ਉਹ ਇਹਨਾਂ ਦੇ ਨਾਲ ਇੱਟਾਂ ਨਹੀਂ ਸੀ ਪੱਥਦੇ। ਉਹ ਜਿਹੜੇ ਬੱਚੇ ਸੀਗੇ ਉਹ ਬੇਸਿਕਲੀ ਇਜਿਪਸ਼ੀਅਨ ਘਰਾਂ ਦੇ ਵਿੱਚ ਪਲੇ ਸੀ। ਸੋ ਉਹਨਾਂ ਦੇ ਕੋਲ ਰੋਜ਼ ਮੱਛੀ ਹੁੰਦੀ ਸੀ, ਮੀਟ ਹੁੰਦਾ ਸੀ, ਖੀਰੇ ਹੁੰਦੇ ਸੀ, ਗੰਢੇ ਹੁੰਦੇ ਸੀ, ਲਸਣ ਹੁੰਦਾ ਸੀ, ਉਹ ਸਾਰੀਆਂ ਚੀਜ਼ਾਂ ਹੁੰਦੀਆਂ ਸੀ। ਸੋ ਉਹ ਲੋਕ ਹਮੇਸ਼ਾ ਮੁਸੀਬਤ ਨੂੰ ਜਗਾਉਣ ਵਾਲੇ ਉਹ ਹੁੰਦੇ ਸੀ। ਉਹ ਇਸ ਚੀਜ਼ ਨੂੰ ਹਮੇਸ਼ਾ ਸ਼ੁਰੂ ਉਹ ਕਰਦੇ ਸੀ ਤੇ ਇਜ਼ਰਾਈਲੀ ਉਹਨਾਂ ਦੇ ਪਿੱਛੇ ਲੱਗ ਜਾਂਦੇ ਸੀ, ਔਰ ਉਹ ਕੰਮ ਕਰਕੇ ਆਪ ਤੋਂ ਪਿੱਛੇ ਹੋ ਜਾਂਦੇ ਸੀ। ਤੇ ਇਜ਼ਰਾਈਲੀ ਜਿਹੜੇ ਬੇਵਕੂਫ ਬਣੇ ਹੁੰਦੇ ਸੀ ਤਾਂ ਉਹ ਦੁਹਾਈਆਂ ਪਾਉਂਦੇ ਤੁਰ ਪੈਂਦੇ ਸੀ। ਸੋ ਜਿੰਨੀ ਵਾਰੀ ਵੀ ਅਸੀਂ ਉਜਾੜ ਦੇ ਵਿੱਚ ਇਹ ਚੀਜ਼ ਹੁੰਦੀ ਦੇਖਣੀ ਹੈ, ਇਹ ਲੋਕ ਉੱਥੇ ਇਨਵੋਲਵ ਨੇ। ਕਿਉਂਕਿ ਇਜ਼ਰਾਈਲ ਦੇ ਲੋਕ ਜਿਸ ਵੇਲੇ ਉੱਥੋਂ ਨਿਕਲੇ ਆ ਤੇ ਉੱਥੇ ਜਿਹੜੇ ਹੋਰ ਵੀ ਗੁਲਾਮ ਦੂਜੀਆਂ ਕੌਮਾਂ ਦੇ ਵੀ ਲੜਾਈਆਂ ਦੇ ਵਿੱਚ ਗੁਲਾਮ ਬਣਾ ਕੇ ਲਿਆਂਦੇ ਹੋ ਸਕੇ, ਉਹਨਾਂ ਵਿੱਚੋਂ ਵੀ ਕੁਛ ਨਾਲ ਆ ਗਏ ਸੀ ਤਾਂ ਉਹ ਵੀ ਨਾਲ ਰਲ ਜਾਂਦੇ ਸੀਗੇ। ਪਰ ਜਿਹੜੇ ਮੇਨ ਭੜਕਾਉਣ ਵਾਲੇ ਹੁੰਦੇ ਸੀਗੇ ਉਹ ਇਹੋ ਹੀ ਹੁੰਦੇ ਸੀਗੇ ਜਿਹੜੇ ਇਜ਼ਰਾਈਲੀ ਔਰਤਾਂ ਤੋਂ ਪੈਦਾ ਹੋਏ ਇਜਿਪਸ਼ੀਅਨਾਂ ਦੇ ਬੇਟੇ ਹੁੰਦੇ ਸੀਗੇ ਜਾਂ ਧੀਆਂ ਹੁੰਦੀਆਂ ਸੀ। ਉਹ ਇਹ ਕੰਮ ਸ਼ੁਰੂ ਕਰਦੇ ਸੀ ਕਿਉਂਕਿ ਉਹ ਤਾਂ ਆਲਰੇਡੀ ਉਹਨਾਂ ਦੇਵਤਿਆਂ ਨੂੰ ਪੂਜਦੇ ਆਏ, ਉਹ ਆਲਰੇਡੀ ਉੱਥੋਂ ਆਏ ਆ। ਉਹਨਾਂ ਦਾ ਜਿਹੜਾ ਹੈਗਾ ਆ, ਜਿਹੜਾ ਘਰ ਆ, ਉਹਨਾਂ ਦੇ ਜਿਹੜੇ ਘਰ ਹੁੰਦੇ ਸੀਗੇ ਉਹਦੇ ਵਿੱਚ ਇੱਕ ਤਰ੍ਹਾਂ ਦਾ 에ਅਰ ਕੰਡੀਸ਼ਨ ਸਿਸਟਮ ਇੱਕ ਵੱਖਰੇ ਤਰੀਕੇ ਦਾ ਹੁੰਦਾ ਸੀ। ਉਹ ਕੀ ਕਰਦੇ ਸੀਗੇ ਕਿ ਦਿਨ ਨੂੰ ਉਹਨਾਂ ਨੇ ਉਹ ਪੱਥਰ ਜਿਹੜੇ ਹੁੰਦੇ ਸੀ, ਵੱਡੇ ਵੱਡੇ ਪੱਥਰ ਹੁੰਦੇ ਸੀ, ਉਹਨਾਂ ਨੂੰ ਬਾਹਰ ਰੱਖ ਦਿੰਦੇ ਸੀਗੇ ਤੇ ਉਹ ਜਿਹੜੇ ਪੱਥਰ ਆ ਉਹ ਦਿਨ ਜਿਹੜੇ ਰਾਤ ਪੈਂਦੀ ਸੀ, ਰਾਤ ਨੂੰ ਜਿਹੜੇ ਇਹ ਇਜਿਪਸ਼ੀਅਨ ਇਹ ਜਿਹੜੇ ਗੁਲਾਮ ਹੁੰਦੇ ਸੀ ਉਸ ਨੂੰ ਉਹਨਾਂ ਪੱਥਰਾਂ ਨੂੰ ਘਸੀਟ ਕੇ ਲਿਆ ਕੇ ਉਹਨਾਂ ਦੇ ਘਰ ਦੇ ਅੰਦਰ ਰੱਖ ਦਿੰਦੇ ਸੀਗੇ, ਔਰ ਜਿਹੜੇ ਪੱਥਰ ਅੰਦਰ ਪਏ ਹੁੰਦੇ ਸੀਗੇ ਉਹਨਾਂ ਨੂੰ ਬਾਹਰ ਰੱਖ ਲਾਉਂਦੇ ਹੁੰਦੇ ਸੀ। ਸੋ ਰਾਤ ਨੂੰ ਜਿਹੜੇ ਪੱਥਰ ਬਾਹਰ ਗਏ ਉਹ ਠੰਡੇ ਹੋ ਜਾਂਦੇ ਸੀ, ਜਿਹੜੇ ਬਾਹਰੋਂ ਅੰਦਰ ਆਏ ਆ ਉਹ ਪੱਥਰ ਉਹਨਾਂ ਦੇ ਨਾਲ ਅੰਦਰ ਨਿੱਘ ਹੋ ਜਾਂਦਾ ਸੀ। ਸੋ ਉਹਨਾਂ ਨੂੰ ਅੰਦਰ ਅੱਗ ਨਹੀਂ ਸੀ ਬਾਲਣੀ ਪੈਂਦੀ। ਉਹਨਾਂ ਪੱਥਰਾਂ ਦੀ ਜਿਹੜੀ ਹੀਟ ਹੁੰਦੀ ਸੀਗੀ ਉਹ ਸਵੇਰ ਤੱਕ ਉਹ ਹੀਟ ਖਤਮ ਹੋ ਜਾਂਦੀ ਸੀ, ਲੇਕਿਨ ਅੰਦਰ ਨਿੱਘੇ ਰਹਿੰਦੇ ਸੀ। ਸੋ ਸਵੇਰ ਨੂੰ ਉਹ ਜਿਹੜੇ ਠੰਡੇ ਪੱਥਰ ਹੋਏ ਉਹਨਾਂ ਨੂੰ ਘਸੀਟ ਕੇ ਅੰਦਰ ਲਿਆਉਂਦੇ ਸੀਗੇ ਤੇ ਇਹਨਾਂ ਨੂੰ ਬਾਹਰ ਕੱਢ ਦਿੰਦੇ ਸੀਗੇ। ਸੋ ਉਹ ਜਿਹੜੇ ਸੀਗੇ ਉਹ ਪੱਥਰ ਸਾਰਾ ਦਿਨ ਠੰਡੇ ਰਹਿੰਦੇ ਸੀ। ਉਹਨਾਂ ਦੇ ਇੱਕ ਤਰ੍ਹਾਂ ਦਾ ਅਜੀਬ 에ਅਰ ਕੰਡੀਸ਼ਨ ਸਿਸਟਮ ਸੀ ਉਹਨਾਂ ਦੇ। ਔਰ ਇਸ ਤਰ੍ਹਾਂ ਉਹਨਾਂ ਨੇ ਜਿਨ੍ਹਾਂ ਨੇ ਸਵੇਰੇ ਦਿਨ ਨੂੰ ਜਿਹੜੇ ਧੁੱਪਾਂ ਤੇ ਅੰਦਰ ਠੰਡੇ ਚ ਟਾਈਮ ਕੱਟਿਆ ਆ ਤੇ ਰਾਤ ਨੂੰ ਜੇ ਠੰਡ ਤੇ ਅੰਦਰ ਨਿੱਘ ਦੇ ਵਿੱਚ ਉਹ ਬੈਠੇ ਹੋ, ਉਹਨਾਂ ਨੇ ਤਾਂ ਆਪੇ ਹੀ ਕੁਛ ਕਹਿਣਾ। ਸੋ ਇਹ ਉਹ ਸਾਰੇ ਆ ਜਿਹੜੇ ਬੁੱਤ ਪ੍ਰਸਤੀ ਕਰਦੇ ਆਏ ਆ, ਜਿਹੜੇ ਉਹ ਜਿਹੜਾ ਜੀਵਨ ਆ ਉਹ ਜਿਉਂਦੇ ਆਏ ਆ। ਉਹਨਾਂ ਨੂੰ ਹੁਣ ਜਿਸ ਲਈ ਮਾੜਾ ਜਿਹਾ ਇਸ ਕਲੈਂਸਿੰਗ ਪ੍ਰੋਸੈਸ ਦੇ ਵਿੱਚ ਲੰਘਣਾ ਪੈ ਰਿਹਾ ਤੇ ਉਹ ਇਹ ਬਾਰ-ਬਾਰ ਮੁਸੀਬਤ ਖੜੀ ਕਰਦੇ ਪਏ। ਸੋ ਪ੍ਰਭੂ ਨੇ ਉਹਨਾਂ ਦੇ ਲਈ ਇਹ ਕਿਹਾ ਕਿ ਪ੍ਰਭੂ ਨੇ ਉਹਨਾਂ ਨਾਲ ਨਹੀਂ ਹਾਲੇ ਇੰਨਾ ਧਿਆਨ ਦਿੱਤਾ। ਸੋ ਪ੍ਰਭੂ ਨੇ ਸਭ ਤੋਂ ਪਹਿਲਾਂ ਇਹ ਕੀਤਾ ਕਿ ਤੂੰ ਏਦਾਂ ਕਰ ਕਿ ਮੈਂ ਇੰਨਿਆਂ ਲੋਕਾਂ ਦਾ ਭਾਰ ਨਹੀਂ ਝੱਲ ਸਕਦਾ। ਤੂੰ ਇਹ ਜਿਹੜੇ ਸਾਰੇ ਲੋਕ ਲੈ ਕੇ ਆਇਆ, ਜਿਹੜੇ ਤੂੰ ਮੇਰੇ ਤੇ ਭਾਰ ਪਿਆ ਆ, ਇਹ ਮੇਰੇ ਕੋਲ ਆ ਕੇ ਰੋਂਦੇ ਆ 6 ਲੱਖ ਤੋਂ ਜ਼ਿਆਦਾ। ਇਹਨਾਂ ਨੂੰ ਮੈਂ ਕਿੱਥੋਂ ਖਾਣ ਨੂੰ ਦੇਵਾਂ, ਇਹਨਾਂ ਨੂੰ ਮੈਂ ਕਿੱਥੋਂ ਪੀਣ ਨੂੰ ਦੇਵਾਂ। ਤੂੰ ਕਿਹਾ ਸੀ ਕਿ ਮੈਂ ਇਹਨਾਂ ਨੂੰ ਇਸ ਤਰ੍ਹਾਂ ਲੈ ਕੇ ਚੱਲਾਂਗਾ ਤੇ ਜਿਸ ਤਰ੍ਹਾਂ ਮਾਂ ਲੈ ਕੇ ਚੱਲਦੀ ਹੈ, ਮੈਂ ਮਾਂ ਦੀ ਤਰ੍ਹਾਂ ਇਹਨਾਂ ਨੂੰ ਦੁੱਧ ਪਿਲਾਉਂਗਾ।
God is doing that. लेकिन वो एक लग्जरी लाइफ ਲੱਭਦੇ ਪਏ, ਉਹ ਉੱਥੇ ਪਹੁੰਚਣ ਤੋਂ ਪਹਿਲਾਂ ਜਿੱਥੇ ਜਾ ਰਹੇ ਆ ਉਹ ਰਸਤੇ ਦੇ ਵਿੱਚ ਇੱਕ ਲਗਜ਼ਰੀ ਲਾਈਫ ਲੱਭਦੇ ਪਏ, ਜਿੱਦਾਂ ਕਿ ਅਸੀਂ ਵੀ ਕਈ ਵਾਰੀ ਮਸੀਹੀ ਇਹ ਕੰਮ ਕਰਨ ਲੱਗ ਪੈਂਦੇ ਹਾਂ। ਅੱਜ ਕੱਲ੍ਹ ਪ੍ਰਭੂ ਦੇ ਰਹਿਮ ਦੇ ਨਾਲ ਸਾਡੇ ਪ੍ਰਚਾਰਕ ਵੀ ਸਾਨੂੰ ਇਦਾਂ ਦੇ ਮਿਲ ਗਏ, ਉਹ ਕਹਿੰਦੇ ਵੀ ਸੋਨੇ ਦੀਆਂ ਸੜਕਾਂ ਉੱਥੇ ਹੋਣੀਆਂ, ਸਾਨੂੰ ਸੋਨਾ ਉੱਥੇ ਥੋੜ੍ਹਾ ਚਾਹੀਦਾ, ਵੀ ਨੀਡ ਗੋਲਡ ਨਾ। ਸੋ ਉਹ ਸਾਨੂੰ ਹੁਣ ਸਾਡੇ ਕੋਲ ਉਹ ਵੀ ਪ੍ਰਚਾਰਕ ਹੈਗੇ। ਸੋ ਇਹ ਬਿਲਕੁਲ ਉਸ ਦੇ ਨਾਲ ਮਿਲਦੀ ਚੱਲਦੀ ਚੀਜ਼ ਹੈ ਕਿ ਅਸੀਂ ਵੀ ਇਹ ਕੰਮ ਕਰਦੇ। ਸੋ ਪ੍ਰਭੂ ਨੇ ਕਿਹਾ ਕਿ ਪ੍ਰਭੂ ਨੇ ਸਭ ਤੋਂ ਪਹਿਲਾਂ ਮੂਸਾ ਦੀ ਇੱਥੇ ਮਦਦ ਕੀਤੀ। ਸੋ ਸਭ ਤੋਂ ਜ਼ਿਆਦਾ ਜਿਹੜਾ ਸਟ੍ਰੈਸ ਦੇ ਵਿੱਚ ਆ ਉਹ ਮੂਸਾ ਹੈ। ਪ੍ਰਭੂ ਨੇ ਉਸਨੂੰ ਕਿਹਾ ਤੂੰ ਇਸ ਤਰ੍ਹਾਂ ਕਰ, ਆਪਣੇ ਲਈ ਤੂੰ 70 ਬਜ਼ੁਰਗ ਚੁਣ, ਔਰ ਤੂੰ ਜਿਹਨਾਂ ਨੂੰ ਤੂੰ ਜਾਣਦਾ, ਜਿਹੜੇ ਮੈਨੂੰ ਪਿਆਰ ਕਰਦੇ ਆ, ਜਿਹਨਾਂ ਦੇ ਨਾਲ ਚੁਣ ਕੇ ਤਾਂ ਪ੍ਰਭੂ ਦੇ ਸਕਦਾ ਸੀ, ਪਰ ਜਿਹਨਾਂ ਦੇ ਨਾਲ ਮੂਸਾ ਕੰਮ ਕਰ ਸਕਦਾ ਸੀ, ਉਹਨਾਂ ਨੂੰ ਲੈ ਕੇ ਆ ਮੇਰੇ ਕੋਲ, ਔਰ ਮੈਂ ਉਹਨਾਂ ਨੂੰ ਉਹੀ ਤੇਰੀ ਆਤਮਾ ਦੇ ਵਿੱਚੋਂ ਕੁਛ ਆਤਮਾ ਦਊਂਗਾ ਜਿਹੜੀ ਮੈਂ ਤੈਨੂੰ ਦਿੱਤਾ, ਔਰ ਉਹ ਤੇਰੀ ਇਸ ਸਾਰੇ ਦੇ ਵਿੱਚ ਉਹ ਤੇਰੀ ਮਦਦ ਕਰ, ਉਹ ਸਾਰੇ ਤੇਰੇ ਨਾਲ ਤੇਰੀ ਮਦਦ ਦੇ ਵਿੱਚ ਅੱਗੇ ਜਾਣ। ਬੇਸਿਕਲੀ ਇਹ ਪ੍ਰਭੂ ਦੀ ਮਦਦ ਹੈ। ਸੋ ਹੁਣ ਜਿਸ ਲਈ ਅਸੀਂ ਆ ਕੇ ਗਾਂ ਜਾ ਕੇ ਦੇਖਿਆ, ਮੂਸਾ ਨੇ ਆਪਣੇ ਲਈ ਉਹ 70 ਬੰਦੇ ਚੁਣੇ, ਪਰ ਪ੍ਰਭੂ ਨੇ ਕਿਹਾ ਕਿ ਬਾਕੀ ਹੁਣ ਰਹੀ ਲੋਕਾਂ ਦੀ। ਸੋ ਫਸਟ ਥਿੰਗ ਫਸਟ, ਮੋਜ਼ਸ ਉਹਦੇ ਮਦਦਗਾਰ। ਅਗਲੀ ਚੀਜ਼ ਕੱਲੀ ਦੇਖੋ ਚੀਜ਼ ਨੂੰ ਪ੍ਰਭੂ ਐਡਰੈਸ ਕਰ ਰਿਹਾ, ਇੱਕ ਚੀਜ਼ ਨੂੰ ਇੱਕ ਆਪਣੇ ਬੰਦੇ ਦੀ ਉਸਨੇ ਪਹਿਲਾਂ ਮਦਦ ਕੀਤੀ, ਫਿਰ ਉਸਨੇ ਕਿਹਾ ਕਿ ਅੱਛਾ ਹੁਣ ਤੂੰ ਜਾ ਕੇ ਲੋਕਾਂ ਨੂੰ ਇਹ ਦੱਸ ਕਿ ਮੈਂ ਉਹਨਾਂ ਨੂੰ 1 ਦਿਨ ਨਹੀਂ, 2 ਦਿਨ ਨਹੀਂ, ਪੂਰਾ ਮਹੀਨਾ ਮੀਟ ਖਾਣ ਨੂੰ ਦਊਂਗਾ, ਔਰ ਮੈਂ ਉਹਨਾਂ ਨੂੰ ਮਾਸ ਉਸ ਵੇਲੇ ਤੱਕ ਖਾਣ ਨੂੰ ਦਊਂਗਾ ਜਦੋਂ ਤੱਕ ਉਸ ਤੋਂ ਮਨ ਭਰ ਨਾ ਜਾ, ਜਦੋਂ ਤੱਕ ਕਿ ਉਹ ਮਾਸ ਖਾ ਕੇ ਅੱਕ ਨਾ ਜਾਣ, ਮੈਂ ਉਦੋਂ ਤੱਕ ਉਹਨਾਂ ਨੂੰ ਮਾਸ ਦਊਂਗਾ। ਤੇ ਉਸਨੇ ਕਿਹਾ ਕਿ ਤੂੰ ਸਾਡਾ ਸਾਰਾ ਹੁਣ ਇੱਜੜ ਵੱਢੇਗਾ, ਅਸੀਂ ਹੁਣ ਆਪਣਾ ਇੱਜੜ ਵੱਢਾਂਗੇ ਇਹਨਾਂ ਨੂੰ ਖਾਣ ਨੂੰ ਦੇਣ ਲਈ। ਉਹਨੇ ਕਿਹਾ ਕਿ ਤੂੰ ਮੇਰੀ ਇੱਥੇ ਜਿਹੜੀ ਸਭ ਤੋਂ ਪਿਆਰੀ ਜਿਹੜੀ ਚੀਜ਼ ਆ ਉਹ ਹੈ ਵਰਸ 23। ਵਰਸ 23 ਜਿਹੜੀ ਆ ਉਹ ਕੀ ਚੀਜ਼ ਆ, ਕੀ ਵਰਸ। ਔਰ ਅਸੀਂ ਹਮੇਸ਼ਾ ਜਿਹੜੀ ਸ਼ੱਕ ਕਰਦੇ ਆ ਉਹ ਇਸ 23ਵੀਂ ਆਇਤ ਤੇ ਸ਼ੱਕ ਕਰ, ਜਿਸ ਵੇਲੇ ਵੀ ਅਸੀਂ ਪ੍ਰਭੂ ਤੋਂ ਪਰਾਂ ਹੁੰਦੇ ਆ, ਸਾਡੀ ਜਿਹੜੇ ਸਾਨੂੰ ਇਸ 23ਵੀਂ ਆਇਤ ਜਿਹੜੀ ਆ ਇੱਥੇ ਸ਼ੱਕ। ਸੋ ਪ੍ਰਭੂ ਨੇ ਉਸਨੂੰ ਕਿਹਾ ਕਿ ਮੇਰੀ ਸ਼ਕਤੀ ਘਟ ਗਈ ਹੈ, ਤੂੰ ਦੇਖੇਗਾ ਕਿ ਮੇਰਾ ਕਿਆ ਕਿਸ ਤਰ੍ਹਾਂ ਪੂਰਾ ਹੁੰਦਾ ਹੈ। ਸੋ 11ਵਾਂ ਪਾਪ ਉਸਦੀ 23ਵੀਂ ਆਇਤ, ਇਹ ਸਾਨੂੰ ਹਮੇਸ਼ਾ ਚੇਤੇ ਰੱਖਣੀ ਚਾਹੀਦੀ। ਕੀ ਮੁਸੀਬਤ ਜਿਸ ਲਈ ਅਸੀਂ ਦੇਖਦੇ ਹਾਂ ਤੇ ਅਸੀਂ ਜੇ ਨਾਲ ਇਹ ਦੇਖਦੇ ਹਾਂ ਕਿ ਸਾਡੇ ਪ੍ਰਭੂ ਦੀ ਸ਼ਕਤੀ ਘਟ ਗਈ, ਜਿਹੜਾ ਮੈਨੂੰ ਪਹਿਲਾਂ ਕੱਢ ਕੇ ਲੈ ਕੇ ਆਇਆ, ਮੈਨੂੰ ਐਸ ਮੁਸੀਬਤ ਇਹਦੇ ਚੋਂ ਜਿਹਨੇ ਕੱਢਿਆ, ਹੁਣ ਉਹਦੀ ਸ਼ਕਤੀ ਘਟ ਗਈ ਕਿ ਜਿਹੜਾ ਇੱਥੇ ਤੱਕ ਲੈ ਕੇ ਆਇਆ ਉਹ ਅੱਗੇ ਨਹੀਂ ਲੈ ਕੇ ਜਾਏਗਾ। ਸੋ ਇਸੇ ਕਰਕੇ ਪ੍ਰਭੂ ਨੇ ਕਿਹਾ कि मेरी शक्ति घट गई है, तू देखेगा कि मेरा क्या किस तरह पूरा होता है। सो 11वें भाव की जिहड़ी की वर्ड्स आ वो ये है। सो जिहड़े साडे भैन भरा प्रचार करते, वचन दे प्रचार करते आ, उन्हां दे लई 11वां भाव और इस दे नाल लेवियां दा 24वां भाव और जिहड़ी की वर्ड्स आ ओह इस दी 23ਵੀਂ आयत। क्योंकि मैं बहुत जिदा कि 70 ਬਜ਼ੁਰਗਾਂ ਦੇ ਚੁਣਨ ਦੇ ਲਈ मैं बहुत मैसेजेस सुने ਇਹਦੇ ਤੇ ਬਹੁਤ ਜਿੱਦਾਂ ਕਿ ਦੇਖੇ ਹੈਗੇ ਆ, ਲੀਡਰਸ਼ਿਪ ਟ੍ਰੇਨਿੰਗ ਦੇ ਵਿੱਚ ਇਹ ਚੀਜ਼ਾਂ ਬਹੁਤ ਦੇਖੀਆਂ, ਇਹ ਸੁਣੀਆਂ ਹੈਗੀਆਂ, ਲੇਕਿਨ ਜਿਹੜੀ ਮੇਨ ਵਰਡਸ ਆ ਉਹਦੇ ਤੇ ਅੱਜ ਤੱਕ ਮੈਂ ਕਿਸੇ ਨੂੰ ਪ੍ਰਚਾਰ ਕਰਦਾ ਨਹੀਂ ਸੁਣਿਆ, ਇਸ ਨੂੰ ਮਿਸ ਕਰ ਜਾਂਦੇ ਸਾਰੇ।
ਸੋ ਅਗਰ ਤੁਸੀਂ ਪ੍ਰਚਾਰ ਕਰਦੇ ਆ ਨੈਕਸਟ ਟਾਈਮ ਪ੍ਰੀਚ ਔਨ ਦਿਸ ਵਰਡਸ, ਇਹਦੇ ਆਲੇ ਦੁਆਲੇ ਆਪਣਾ ਸਰਮਨ, ਇਹਦੇ ਆਲੇ ਦੁਆਲੇ ਆਪਣਾ ਸਰਮਨ ਬਣਾਇਆ। ਇਟਸ ਗੋਣਾ ਬੀ ਅ ਵੰਡਰਫੁਲ ਸਰਮਨ। ਇਹਦੇ ਵਿੱਚ ਕੀ ਪ੍ਰਭੂ ਦੀ ਤਾਕਤ ਘਟ ਗਈ ਹੈ? ਮੂਸਾ ਦੇ ਲਈ ਕੀ ਉਹਦੀ ਤਾਕਤ ਘਟ ਗਈ ਹੈ? ਨਹੀਂ ਘਟੀ। ਉਸਨੇ ਕਿਹਾ 70 ਬੰਦੇ ਚੁਣ, ਮੈਂ ਤੇਰੇ ਆਤਮਾ ਦੇ ਵਿੱਚੋਂ ਉਹਨਾਂ ਨੂੰ ਆਤਮਾ ਦਊਂਗਾ, ਤੇਰੇ ਮਦਦਗਾਰ ਹੋਣਗੇ। ਸੋ ਇੱਥੇ ਪ੍ਰਭੂ ਨੇ ਉਹ ਚੀਜ਼ ਨੂੰ ਸੋਲਵ ਕੀਤਾ। ਉਹਦੇ ਲਈ ਉਹਦੇ ਸੱਜੇ ਖੱਬੇ ਆਪਣੇ ਲੋਕ ਖੜੇ ਕੀਤੇ। ਸੋ ਕਿਉਂਕਿ ਉਹ ਵੀ ਉਸ ਤਰਾਸਦੀ ਦੇ ਵਿੱਚ, ਉਹ ਵੀ ਰੋਂਦਾ ਪਿਆ, ਉਹਨੇ ਵੀ ਇੱਥੇ ਕਈ ਚੀਜ਼ਾਂ ਕਹੀਆਂ। ਅਗਰ ਅਸੀਂ ਦੇਖੀਏ ਤਾਂ ਮੂਸਾ ਦੇ 11 ਆਇਤ ਤੋਂ ਲੈ ਕੇ 15 ਆਇਤ ਤੱਕ ਸਵਾਲ ਹੀ ਸਵਾਲ, ਉਸਦੇ ਸਵਾਲ ਹੀ ਸਵਾਲ, ਇੱਕ ਤੋਂ ਬਾਅਦ ਦੂਜਾ ਸਵਾਲ ਉਹ ਪ੍ਰਭੂ ਨੂੰ ਕਰ ਰਿਹਾ। ਕਹਿੰਦਾ ਤਦ ਮੂਸਾ ਨੇ ਪ੍ਰਭੂ ਨੂੰ ਕਿਹਾ, ਤੂੰ ਆਪਣੇ ਦਾਸ ਨਾਲ ਇਸ ਤਰ੍ਹਾਂ ਵਰਤਾਓ ਕਿਉਂ ਕੀਤਾ? ਕੁਐਸਚਨ, ਤੂੰ ਮੇਰੇ ਨਾਲ ਇਹਨਾਂ ਲੋਕਾਂ ਦਾ ਭਾਰ ਕਿਉਂ ਲੱਦ ਦਿੱਤਾ? ਕੁਐਸਚਨ, ਤੂੰ ਮੇਰੇ ਤੇ ਤਰਸ ਕਿਉਂ ਨਾ ਖਾਧਾ? ਕੁਐਸਚਨ, ਕੀ ਇਹਨਾਂ ਦਾ ਮੈਂ ਜਨਮਦਾਤਾ ਹਾਂ? ਕੁਐਸਚਨ, ਕੀ ਇਹਨਾਂ ਦਾ ਪਾਲਣਾ ਪੋਸ਼ਣਾ ਮੇਰੇ ਜ਼ਿੰਮੇ ਹੈ? ਕੁਐਸਚਨ, ਤੂੰ ਮੈਨੂੰ ਕਿਉਂ ਕਿਹਾ ਕਿ ਮੈਂ ਇਹਨਾਂ ਲੋਕਾਂ ਨੂੰ ਦੁੱਧ ਚੁੰਗਦੇ ਬੱਚੇ ਦੀ ਤਰ੍ਹਾਂ ਚੁੱਕ ਕੇ ਦੁੱਧ ਪਿਲਾਵਾਂਗਾ ਤੇ ਇਹਨਾਂ ਨੂੰ ਉਸ ਧਰਤੀ ਤੇ ਲੈ ਜਾਵਾਂਗਾ ਜਿਸ ਦੇ ਦੇਣ ਦੇ ਲਈ ਇਹਨਾਂ ਦੇ ਦੇਣ ਦੀ ਪ੍ਰਤਿੱਗਿਆ ਤੂੰ ਇਹਨਾਂ ਦੇ ਪੁਰਖਿਆਂ ਦੇ ਨਾਲ ਕੀਤੀ ਸੀ? ਕੁਐਸਚਨ, ਮੈਂ ਇਹਨਾਂ ਦੇ ਖਾਣ ਦੇ ਲਈ ਮਾਸ ਕਿੱਥੋਂ ਲਿਆਵਾਂ? ਇਹ ਮੇਰੇ ਅੱਗੇ ਰੋ ਕੇ ਕਹਿੰਦੇ ਹਨ ਸਾਨੂੰ ਖਾਣ ਨੂੰ ਦੇ। ਮੈਂ ਇਹਨਾਂ ਸਭ ਦਾ ਭਾਰ ਇਕੱਲਾ ਨਹੀਂ ਚੁੱਕ ਸਕਦਾ ਹਾਂ, ਇਹਨਾਂ ਦਾ ਭਾਰ ਬਹੁਤ ਭਾਰੀ ਹੈ। ਜੇਕਰ ਹੁਣ ਅੰਤ ਉਹਨੇ ਕੰਕਲੂਜਨ ਕੱਢਿਆ, ਜੇਕਰ ਤੇਰੀ ਮੇਰੇ ਤੇ ਦਇਆ ਹੈ ਤਾਂ ਤੂੰ ਮੇਰੀ ਜਾਨ ਲੈ ਲਾ, ਜੋ ਮੈਂ ਇਸ ਸ਼ਕਤੀ ਨੂੰ ਅੱਗੇ ਹੋਰ ਨਾ ਦੇਖਾਂ। ਸੋ ਇਹ ਸਾਰੀ ਚੀਜ਼ ਦਾ ਪ੍ਰਭੂ ਨੇ ਉਸ ਨੂੰ ਜਵਾਬ ਦਿੱਤਾ। ਕਿਸ ਤਰ੍ਹਾਂ? ਕੀ ਮੇਰੀ ਸ਼ਕਤੀ ਘਟ ਗਈ? ਕੀ ਮੈਂ ਇਸ ਚੀਜ਼ ਦਾ ਜਿਹੜਾ ਤੂੰ ਰੋਣਾ ਪਿਆ ਇਹਦਾ ਇਲਾਜ ਨਹੀਂ ਕਰ ਸਕਦਾ? ਕਿ ਤੂੰ ਮੇਰੀ ਸ਼ਕਤੀ ਦੇਖੀ ਨਹੀਂ? ਸੋ ਪ੍ਰਭੂ ਨੇ ਮੂਸਾ ਦੀ ਮਦਦ ਕੀਤੀ। ਉਸ ਦੇ ਲਈ ਅਸੀਂ ਦੇਖਦੇ ਪਏ ਹਾਂ ਕਿ ਉਹ ਲਗਾਤਾਰ ਉਸ ਦੀ ਮਦਦ ਕਰਦਾ ਆ। ਸੋ ਅੱਗੇ ਅਸੀਂ ਦੇਖਦੇ ਪਏ। ਸੋ ਹੁਣ ਮੂਸਾ ਦੀ ਮਦਦ ਹੋ ਗਈ, ਹੁਣ ਲੋਕਾਂ ਦੀ ਮਦਦ ਹੋਣੀ ਸ਼ੁਰੂ ਹੋਣੀ। ਸੋ ਉਹਨਾਂ ਨੇ ਜਿਸ ਤਰ੍ਹਾਂ ਕਿਹਾ ਸੀਗਾ ਸਾਰੀ ਕਲੈਂਜ਼ਿੰਗ ਪ੍ਰੋਸੈਸ ਉਹੀ ਅਸੀਂ ਬਹੁਤ ਵਾਰੀ ਦੇਖ ਚੁੱਕੇ ਹਾਂ ਕਿ ਸਾਰੇ ਜਾਣੇ ਨਹਾਉਣ ਧੋਣ, ਕੱਪੜੇ ਸਾਫ਼ ਪਾਉਣ ਕਰਕੇ ਆਉਣ, ਪੂਰੀ ਕਲੈਂਜ਼ਿੰਗ ਦੇ ਨਾਲ ਮੇਰੇ ਕੋਲ ਆਉਣ ਔਰ ਮੈਂ ਉਹਨਾਂ ਨੂੰ ਮੈਂ ਆਊਂਗਾ ਔਰ ਉਹਨਾਂ ਦੇ ਨਾਲ ਗੱਲਬਾਤ ਕਰੂੰਗਾ। ਸੋ ਪ੍ਰਭੂ ਦੀ ਹਜ਼ੂਰੀ ਆਈ ਔਰ ਉਹਨਾਂ ਨੂੰ ਪ੍ਰਭੂ ਨੇ ਬਰਕਤ ਦਿੱਤੀ। 70 ਉਸਨੇ ਚੁਣੇ ਸੀ, 17 ਦੇ ਉੱਤੇ ਪ੍ਰਭੂ ਨੇ ਬਰਕਤ ਦਿੱਤੀ, ਲੇਕਿਨ ਪ੍ਰਭੂ ਨੇ ਦੋ ਹੋਰਨਾਂ ਦੇ ਉੱਤੇ ਵੀ ਬਰਕਤ ਦੇਣੀ ਆ। ਇਹ ਆਪਾਂ ਨੈਕਸਟ ਟਾਈਮ ਇਸ ਦੇ ਬਾਰੇ ਜ਼ਿਕਰ ਕਰਾਂਗੇ ਕਿ ਇਹ ਦੋ ਹੋਰ ਕਿਉਂ ਪ੍ਰਭੂ ਨੇ ਦਿੱਤੇ, ਇਸ ਦੇ ਪਿੱਛੇ ਮਤਲਬ ਕੀ ਆ, ਇਹ ਸਾਰੀਆਂ ਚੀਜ਼ਾਂ ਕੀ ਆ, ਇਹਨਾਂ ਨੂੰ ਅਸੀਂ ਦੇਖਾਂਗੇ। ਸੋ ਆਓ ਅਸੀਂ 26 ਆਇਤ ਤੋਂ ਲੈ ਕੇ ਹੁਣ ਅਸੀਂ 26 ਆਇਤ ਤੋਂ ਲੈ ਕੇ 35 ਆਇਤ ਤੱਕ 17 ਆਦਮੀਆਂ ਵਿੱਚੋਂ 2 ਅਲਦਾਦ ਅਤੇ ਮਦਾਦ ਪਿੱਛੇ ਡੇਰਿਆਂ ਵਿੱਚ ਰਹਿ ਗਏ ਸਨ। ਇਸ ਲਈ ਜਦੋਂ ਬਾਕੀ ਦੇ ਆਦਮੀਆਂ ਤੇ ਜੋ ਤੰਬੂ ਸਾਹਮਣੇ ਗਏ ਸਨ ਆਤਮਾ ਉਤਰ ਆਇਆ, ਤਾਂ ਇਹਨਾਂ ਦੋਹਾਂ ਆਦਮੀਆਂ ਤੇ ਵੀ ਆਤਮਾ ਉਤਰ ਆਇਆ। ਇਸ ਲਈ ਉਹ ਡੇਰਿਆਂ ਦੇ ਵਿੱਚ ਹੀ ਅਗੰਮੀ ਵਾਕ ਕਰਨ ਲੱਗ ਪਏ। ਇਸ ਤੇ ਕਿਸੇ ਜਵਾਨ ਨੇ ਨੱਠ ਕੇ ਜਾ ਕੇ ਮੂਸਾ ਨੂੰ ਇਹਨਾਂ ਦੋਹਾਂ ਆਦਮੀਆਂ ਦੇ ਬਾਰੇ ਦੱਸਿਆ ਕਿ ਉਹ ਅਗੰਮੀ ਵਾਕ ਕਰ ਰਹੇ ਹਨ। ਤਦ ਨੂਨ ਦੇ ਪੁੱਤਰ ਯਹੋਸ਼ੂਆ ਨੇ, ਜੋ 17 ਵਿੱਚੋਂ ਇੱਕ ਸੀ ਅਤੇ ਮੂਸਾ ਦਾ ਸੇਵਕ ਸੀ, ਨੇ ਮੂਸਾ ਨੂੰ ਕਿਹਾ, ਸਵਾਮੀ ਜੀ ਇਹਨਾਂ ਨੂੰ ਰੋਕੋ। ਪਰ ਮੂਸਾ ਨੇ ਉੱਤਰ ਦਿੱਤਾ, ਤੂੰ ਮੇਰੀ ਇੱਛਾ ਜਾਣਨਾ ਚਾਹੁੰਦਾ ਹੈ ਤਾਂ ਜਾਣ। ਮੈਂ ਤਾਂ ਚਾਹੁੰਦਾ ਹਾਂ ਕਿ ਪ੍ਰਭੂ ਸਭ ਲੋਕਾਂ ਨੂੰ ਇਹ ਆਤਮਾ ਦੇਵੇ ਕਿ ਉਹ ਨਬੀ ਬਣ ਜਾਣ। ਇਸ ਦੇ ਪਿੱਛੋਂ ਮੂਸਾ ਅਤੇ 70 ਆਗੂ ਵਾਪਸ ਡੇਰਿਆਂ ਨੂੰ ਚਲੇ ਗਏ। ਪ੍ਰਭੂ ਦਾ ਬਟੇਰਿਆਂ ਨੂੰ ਘੱਲਣਾ। ਤਦ ਪ੍ਰਭੂ ਨੇ ਅਚਾਨਕ ਸਮੁੰਦਰ ਵੱਲੋਂ ਹਵਾ ਵਗਾਈ, ਜਿਸ ਨਾਲ ਅਣਗਿਣਤ ਬਟੇਰੇ ਇਜ਼ਰਾਈਲੀਆਂ ਦੇ ਡੇਰਿਆਂ ਦੇ ਚਾਰੇ ਪਾਸੇ ਉੱਡ ਕੇ ਆ ਗਏ। ਬਟੇਰੇ ਡੇਰਿਆਂ ਦੇ ਚਾਰੇ ਪਾਸੇ ਕਈ ਕਿਲੋਮੀਟਰ ਤੱਕ ਫੈਲ ਗਏ ਸਨ। ਇਸ ਲਈ ਅਗਲੀ ਸਵੇਰੇ ਅਤੇ ਪੂਰੀ ਰਾਤ ਨੂੰ ਉਹ ਲੋਕ ਬਟੇਰਿਆਂ ਨੂੰ ਫੜ ਕੇ ਇਕੱਠੇ ਕਰਦੇ ਰਹੇ। ਉਹਨਾਂ ਕਈ ਹਜ਼ਾਰ ਕਿਲੋ ਬਟੇਰੇ ਇਕੱਠੇ ਕਰ ਲਏ ਸਨ। ਉਹਨਾਂ ਆਪਣੇ ਡੇਰਿਆਂ ਦੇ ਲਾਗੇ ਦੀ ਸਾਰੀ ਧਰਤੀ ਤੇ ਇਹਨਾਂ ਦੀਆਂ ਕਈ ਪਰਤਾਂ ਲਾ ਦਿੱਤੀਆਂ ਸਨ, ਪਰ ਉਹ ਅਜੇ ਉਹਨਾਂ ਦੇ ਮਾਸ ਨੂੰ ਖਾ ਰਹੇ ਸਨ ਕਿ ਪ੍ਰਭੂ ਦਾ ਕ੍ਰੋਧ ਉਹਨਾਂ ਦੇ ਵਿਰੁੱਧ ਭੜਕ ਉੱਠਿਆ। ਇਸ ਲਈ ਪ੍ਰਭੂ ਨੇ ਉਹਨਾਂ ਵਿਚਕਾਰ ਇੱਕ ਮਹਾਮਾਰੀ ਫੈਲਾ ਦਿੱਤੀ,
ਜਿਸ ਨਾਲ ਅਣਗਿਣਤ ਲੋਕ ਮਰ ਗਏ। ਉਸ ਥਾਂ ਦਾ ਨਾਂ ਉਹਨਾਂ ਲਾਲਸਾ ਦੀ ਕਬਰ ਰੱਖਿਆ, ਕਿਉਂਕਿ ਉੱਥੇ ਉਹਨਾਂ ਨੇ ਉਹਨਾਂ ਲੋਕਾਂ ਨੂੰ ਦੱਬਿਆ ਸੀ ਜੋ ਮਾਸ ਦੀ ਲਾਲਚਾ ਕਰਦੇ ਮੌਤ ਦੇ ਮੂੰਹ ਵਿੱਚ ਚਲੇ ਗਏ ਸਨ। ਉੱਥੋਂ ਇਸਰਾਏਲੀ ਅੱਗੇ ਹੇਸੋਰੇਤ ਦੀ ਥਾਂ ਵੱਲ ਗਏ, ਜੋ ਉਹਨਾਂ ਦਾ ਅਗਲਾ ਪੜਾਅ ਸੀ। ਉਹਨਾਂ ਦਾ ਅਗਲਾ ਪੜਾਅ ਸੀ। ਹੁਣ ਸਟੈਪ ਬਾਏ ਸਟੈਪ ਅੱਗੇ ਵਧਦੇ ਜਾ ਰਹੇ। ਸੋ ਪ੍ਰਭੂ ਨੇ ਉਹਨਾਂ ਦੇ ਵਿੱਚ ਮਾਸ ਘੱਲਿਆ, ਪਰ ਜਿਨ੍ਹਾਂ ਦਾ ਧਿਆਨ ਹੀ ਇਹਨਾਂ ਚੀਜ਼ਾਂ ਦੇ ਵੱਲ ਸੀ, ਕੋਸ਼ਿਕ ਦਾ ਧਿਆਨ ਇਹਨਾਂ ਚੀਜ਼ਾਂ ਦੇ ਵੱਲ ਸੀ ਕਿ ਵਾਹ ਇਹ ਕਿਸ ਤਰ੍ਹਾਂ ਹੋ ਗਿਆ। ਕੋਸ਼ਿਕ ਸ਼ੁਕਰਗੁਜ਼ਾਰੀ ਦੇ ਵਿੱਚ ਸੀ, ਔਰ ਬਹੁਤੇ ਸ਼ੁਕਰਗੁਜ਼ਾਰੀ ਦੇ ਵਿੱਚ ਸੀ ਕਿ ਇਹ ਚੀਜ਼ ਕਿੱਦਾਂ ਹੋਈ। ਸੋ ਸ਼ੁਕਰਗੁਜ਼ਾਰੀ ਦੇ ਨਾਲ ਉਹਨਾਂ ਨੇ ਉਸ ਮਾਸ ਨੂੰ ਖਾਧਾ ਜਿੰਨਾ ਖਾਣਾ ਚਾਹੀਦਾ ਸੀ। ਪਰ ਕੁਛ ਉਹਨਾਂ ਦੇ ਵਿੱਚੋਂ ਸੀਗੇ ਜਿਨ੍ਹਾਂ ਦਾ ਧਿਆਨ ਹੀ ਮਾਸ ਵੱਲ ਸੀ, ਸੋ ਉਹਨਾਂ ਨੇ ਸਾਰੀ ਰਾਤ ਮਾਸ ਤੇ ਜ਼ੋਰ ਦੇ ਰੱਖਿਆ। ਪਰ ਆਫ ਕੋਰਸ ਕਿਸੇ ਚੀਜ਼ ਦੀ ਕੋਈ ਹੱਦ ਵੀ ਹੁੰਦੀ, ਸੋ ਫਿਰ ਉਹ ਉਸ ਮਾਸ ਦੇ ਨਾਲ ਹੀ ਉਹਨਾਂ ਦੇ ਵਿੱਚ ਮਹਾਮਾਰੀ ਫੈਲ ਗਈ। ਔਰ ਉਹਨਾਂ ਦਾ ਜਿਸ ਤਰ੍ਹਾਂ ਕਿ ਸਾਡਾ ਨਵਾਂ ਨਿਯਮ ਵੀ ਸਾਨੂੰ ਪੇਟ ਪੂਜਾ ਦੇ ਖਿਲਾਫ ਕਹਿੰਦਾ ਕਿ ਬਹੁਤ ਸਾਰੇ ਲੋਕ ਹੋਣਗੇ ਜਿਨ੍ਹਾਂ ਦਾ ਧਿਆਨ ਆਪਣੇ ਪੇਟ ਦੇ ਵੱਲ ਹੋਏਗਾ। ਉਹਨਾਂ ਦੀਆਂ ਦੁਆਵਾਂ ਆਪਣੇ ਪੇਟ ਦੇ ਵੱਲ ਦੇ ਹੋਣਗੀਆਂ, ਉਹਨਾਂ ਦੀ ਗੱਲਬਾਤ ਆਪਣੇ ਪੇਟ ਦੇ ਲਈ ਹੋਏਗੀ, ਕਿਉਂਕਿ ਉਹ ਆਪਣੇ ਪੇਟ ਦੇ ਵਿਚਾਰ। ਸੋ ਇਹ ਚੀਜ਼ਾਂ ਅਸੀਂ ਪੁਰਾਣੇ ਨਿਯਮ 'ਚ ਨਹੀਂ ਦੇਖਦੇ ਪਏ, ਅਸੀਂ ਨਵੇਂ ਨਿਯਮ ਦੇ ਵਿੱਚ ਵਿਚਾਰ ਕੇ ਉਹਨਾਂ ਚੀਜ਼ਾਂ ਦੇਖਦੇ। ਸੋ ਜਿਹੜੇ ਬਹੁਤੇ ਲਾਈਕ ਅਣਗਿਣਤ ਦਾ ਕੀ ਮਤਲਬ, ਅਣਗਿਣਤ ਦਾ ਮਤਲਬ ਕੋਈ 10-20 ਹਜ਼ਾਰ ਜਿਹੜੇ ਹੋਣਗੇ, ਉਹਨਾਂ ਦੇ ਵਿੱਚੋਂ 24 ਲੱਖ ਜਿੱਥੇ ਬੰਦਾ ਆ, ਉਹਦੇ ਵਿੱਚੋਂ 10-20 ਹਜ਼ਾਰ ਤਾਂ ਏਦਾਂ ਦੇ ਜ਼ਰੂਰ ਹੋਣਗੇ। ਸੋ ਉਹ ਮੀਟ ਦੀ ਲਾਲਸਾ ਦੇ ਵਿੱਚ ਹੀ, ਪਰ ਜਿਹੜੇ ਬਾਕੀ ਦੇ ਸੀਗੇ ਉਹਨਾਂ ਦੇ ਲਈ ਇਹ ਅਚੰਭਾ ਸੀ, ਉਹਨਾਂ ਦੇ ਲਈ ਇਹ ਸ਼ੁਕਰਗੁਜ਼ਾਰੀ ਸੀ ਕਿ ਉਹ ਮਾਸ, ਬਾਕੀ ਦੇ ਮਾਸ ਨਹੀਂ ਖਾਂਦੇ ਸੀ, ਖਾਂਦੇ ਸੀ, ਲੇਕਿਨ ਇੱਕ ਲਿਮਿਟ ਦੇ ਵਿੱਚ ਸ਼ੁਕਰਗੁਜ਼ਾਰੀ ਦੇ ਨਾਲ, ਪ੍ਰਭੂ ਦੀ ਵਡਿਆਈ ਦੇ ਨਾਲ, ਨਾ ਕਿ ਸਿਰਫ ਆਪਣੇ ਪੇਟ ਨੂੰ ਭਰਨ ਦੇ ਲਈ ਔਰ ਅੰਨੇ ਵਾਹ ਖਾਣ ਦੇ ਲਈ। ਨਾ ਹੁਣ ਜਿਸ ਲਈ ਅਸੀਂ ਇਹਨਾਂ 17 ਦੀ ਗਿਣਤੀ ਦੇ ਵਿੱਚ ਆਉਂਦੇ ਹਾਂ, ਇਹਨਾਂ 12 ਦੀ ਗਿਣਤੀ ਦੇ ਵਿੱਚ ਆਉਂਦੇ ਹਾਂ, ਇਹ ਸਾਰੀ ਦੀ ਸਾਰੀ ਗਿਣਤੀ ਅਸੀਂ ਨਵੇਂ ਨਿਯਮ ਦੇ ਵਿੱਚ ਵੀ, ਜਿਸ ਵੇਲੇ ਅਸੀਂ ਨਵੇਂ ਨਿਯਮ ਦੇ ਵਿੱਚ ਜਾਣਾ, ਸੋ ਕੱਲ ਨੂੰ ਅਸੀਂ ਥੋੜਾ ਸਮਾਂ ਇੱਥੇ ਹੋਰ ਬਤਾਵਾਂਗੇ। ਸੋ ਇਹ ਅਸੀਂ ਨਵੇਂ ਨਿਯਮ ਦੇ ਵਿੱਚ ਵੀ ਇਸ ਗਿਣਤੀ ਨੂੰ ਦੇਖਾਂਗੇ, ਜਿੱਥੇ ਜਿਸ ਤਰ੍ਹਾਂ ਮੂਸਾ ਨੂੰ ਪ੍ਰਭੂ ਨੇ ਇਹ 70 ਦਿੱਤੇ, ਇਸੇ ਤਰ੍ਹਾਂ ਜਿਸ ਵੇਲੇ ਪ੍ਰਭੂ ਯਿਸੂ ਮਸੀਹ ਧਰਤੀ ਤੇ ਆਏ, ਉਹਨਾਂ ਨੇ ਵੀ 17 ਨੂੰ ਵੱਖਰੇ ਕੀਤਾ। ਉਹਨਾਂ ਨੇ ਵੀ 17 ਨੂੰ, 12 ਉਹਨਾਂ ਦੇ ਚੇਲੇ ਸੀ, 12 ਇੱਥੇ ਕਬੀਲੇ, ਇੱਥੇ ਮੂਸਾ ਦੇ ਨਾਲ 12 ਕਬੀਲੇ, 12 ਪ੍ਰਭੂ ਦੇ ਚੇਲੇ ਸੀ। ਔਰ ਜਿਸ ਲਈ ਪ੍ਰਭੂ ਨੇ ਆਪਣਾ ਪ੍ਰਚਾਰ ਕਰਨ ਦੇ ਲਈ ਘੱਲਿਆ, ਪਹਿਲਾਂ ਉਸਨੇ 12 ਨੂੰ ਘੱਲਿਆ ਔਰ ਫਿਰ ਉਸਨੇ 17 ਨੂੰ ਘੱਲਿਆ, ਔਰ ਉਹਨਾਂ 17 ਨੂੰ ਉਹੀ ਆਤਮਾ ਦੇ ਕੇ ਘੱਲਿਆ ਜੋ ਪ੍ਰਭੂ ਨੇ ਉਹਨਾਂ ਤੇ ਹੱਥ ਰੱਖ ਕੇ ਉਸ ਵੇਲੇ ਉਹਨਾਂ ਨੂੰ ਤੋੜੇ। ਮੇਰੇ ਨਾਲ ਲੂਕਾ ਦੇ ਵਿੱਚ ਆਏ, ਲੂਕਾ ਦੇ ਵਿੱਚ ਉਹ ਸਾਨੂੰ 72 ਚੇਲੇ, ਕਿਤੇ 70 ਆਉਂਦਾ, ਕਿਤੇ 72 ਆਉਂਦਾ। ਸੋ ਐਨੀ ਹਾਊ ਜਿਹੜਾ ਮੇਨ ਚੀਜ਼ ਆ ਉਹ ਇਹ ਹੈ। ਲੂਕਾ ਦਾ 10ਵਾਂ ਭਾਵ ਅਸੀਂ ਉਸ ਦੀ 17 ਆਇਤ ਤੋਂ ਲੈ ਕੇ 24 ਆਇਤ ਤੱਕ ਦੇਖਾਂਗੇ। 124 ਪੰਨਾ ਨਵੇਂ ਨਿਯਮ। ਲੂਕਾ ਦਾ 10ਵਾਂ ਭਾਵ ਮੈਂ ਕਰ ਦੇਣਾ ਪਾਸਟਰ ਜੀ, 17 ਤੋਂ 24 ਤਾਈਂ। ਹਾਂਜੀ, 72 ਚੇਲਿਆਂ ਦਾ ਮੁੜ ਕੇ ਆਉਣਾ। 72 ਚੇਲੇ ਯਿਸੂ ਕੋਲ ਮੁੜ ਆਏ, ਉਹ ਬਹੁਤ ਖੁਸ਼ ਸਨ। ਉਹਨਾਂ ਯਿਸੂ ਨੂੰ ਦੱਸਿਆ, ਪ੍ਰਭੂ ਜੀ, ਤੁਹਾਡੇ ਨਾਂ ਦੇ ਕਾਰਨ ਭੂਤ ਵੀ ਸਾਡੀ ਮੰਨਦੇ ਹਨ। ਯਿਸੂ ਨੇ ਉਹਨਾਂ ਨੂੰ ਕਿਹਾ, ਮੈਂ ਸ਼ੈਤਾਨ ਨੂੰ ਬਿਜਲੀ ਦੀ ਤਰ੍ਹਾਂ ਆਕਾਸ਼ ਤੋਂ ਡਿੱਗਦੇ ਦੇਖਿਆ ਹੈ। ਮੈਂ ਤੁਹਾਨੂੰ ਸੱਪਾਂ ਅਤੇ ਬਿੱਛੂਆਂ ਨੂੰ ਮਿਧਣ ਦੀ ਸ਼ਕਤੀ ਦਿੱਤੀ ਹੈ।
ਮੈਂ ਸ਼ੈਤਾਨ ਦੀਆਂ ਤਾਕਤਾਂ ਉੱਤੇ ਤੁਹਾਨੂੰ ਅਧਿਕਾਰ ਦਿੱਤਾ ਹੈ, ਕੋਈ ਚੀਜ਼ ਵੀ ਤੁਹਾਨੂੰ ਨੁਕਸਾਨ ਨਹੀਂ ਕਰ ਸਕਦੀ। ਫਿਰ ਵੀ ਖੁਸ਼ ਨਾ ਹੋਵੋ ਕਿ ਭੂਤ ਤੁਹਾਡੀ ਆਗਿਆ ਮੰਨਦੇ ਹਨ, ਪਰ ਇਸ ਲਈ ਖੁਸ਼ ਹੋਵੋ ਕਿ ਤੁਹਾਡੇ ਨਾਂ ਸਵਰਗ ਵਿੱਚ ਲਿਖੇ ਗਏ ਹਨ। ਪ੍ਰਭੂ ਯਿਸੂ ਦਾ ਖੁਸ਼ ਹੋਣਾ। ਉਸ ਵੇਲੇ ਯਿਸੂ ਨੂੰ ਪਵਿੱਤਰ ਆਤਮਾ ਨੇ ਖੁਸ਼ੀ ਨਾਲ ਭਰ ਦਿੱਤਾ। ਯਿਸੂ ਨੇ ਕਿਹਾ, ਹੇ ਪਿਤਾ, ਸਵਰਗ ਅਤੇ ਧਰਤੀ ਦੇ ਮਾਲਕ, ਮੈਂ ਤੈਨੂੰ ਧੰਨਵਾਦ ਦਿੰਦਾ ਹਾਂ ਕਿ ਤੂੰ ਇਹ ਭੇਤ ਬੁੱਧੀਮਾਨਾਂ ਅਤੇ ਗਿਆਨੀਆਂ ਕੋਲੋਂ ਗੁਪਤ ਰੱਖੇ, ਪਰ ਉਹਨਾਂ ਹੀ ਭੇਤਾਂ ਨੂੰ ਸਧਾਰਨ ਲੋਕਾਂ ਉੱਤੇ ਪ੍ਰਗਟ ਕੀਤਾ ਹੈ। ਹੇ ਪਿਤਾ, ਤੈਨੂੰ ਇਹੀ ਚੰਗਾ ਲੱਗਾ। ਮੇਰੇ ਪਿਤਾ ਨੇ ਮੈਨੂੰ ਸਭ ਕੁਝ ਦੇ ਦਿੱਤਾ ਹੈ। ਕੋਈ ਨਹੀਂ ਜਾਣਦਾ ਕਿ ਪੁੱਤਰ ਕੌਣ ਹੈ, ਕੇਵਲ ਪਿਤਾ ਹੀ ਜਾਣਦਾ ਹੈ। ਕੋਈ ਨਹੀਂ ਜਾਣਦਾ ਕਿ ਪਿਤਾ ਕੌਣ ਹੈ, ਇਹ ਕੇਵਲ ਪੁੱਤਰ ਹੀ ਜਾਣਦਾ ਹੈ, ਜਾਂ ਉਹ ਆਦਮੀ ਜਿਸ ਉੱਤੇ ਪੁੱਤਰ ਪਿਤਾ ਨੂੰ ਪ੍ਰਗਟ ਕਰਦਾ ਹੈ। ਫਿਰ ਯਿਸੂ ਨੇ ਚੇਲਿਆਂ ਦੀ ਵੱਲ ਮੁੜ ਕੇ ਨਿੱਜੀ ਤੌਰ ਤੇ ਉਹਨਾਂ ਨੂੰ ਕਿਹਾ, ਧੰਨ ਹਨ ਉਹ ਅੱਖਾਂ ਜਿਹੜੀਆਂ ਇਹ ਸਭ ਗੱਲਾਂ ਦੇਖਦੀਆਂ ਹਨ, ਜਿਨ੍ਹਾਂ ਨੂੰ ਤੁਸੀਂ ਦੇਖ ਰਹੇ ਹੋ। ਮੈਂ ਤੁਹਾਨੂੰ ਦੱਸਦਾ ਹਾਂ ਕਿ ਬਹੁਤ ਸਾਰੇ ਨਬੀਆਂ ਅਤੇ ਰਾਜਿਆਂ ਨੇ ਚਾਹਿਆ ਕਿ ਜਿਹੜੀਆਂ ਗੱਲਾਂ ਤੁਸੀਂ ਦੇਖ ਰਹੇ ਹੋ ਦੇਖਣ, ਪਰ ਉਹ ਨਾ ਦੇਖ ਸਕੇ, ਅਤੇ ਜਿਹੜੀਆਂ ਗੱਲਾਂ ਤੁਸੀਂ ਸੁਣ ਰਹੇ ਹੋ ਸੁਣ, ਪਰ ਉਹ ਨਾ ਸੁਣ ਸਕੇ। ਮੈਂ ਸ਼ੁਰੂ ਤੋਂ ਤਾਂ ਨਹੀਂ ਭਰਿਆ ਇਸ ਨੂੰ ਕਲੀਅਰ, ਲੇਕਿਨ ਜਿਹੜੇ ਤੁਹਾਡੇ ਚੋਂ ਪ੍ਰਭੂ ਦੇ ਵਚਨ ਦਾ ਪ੍ਰਚਾਰ ਕਰਦੇ ਆ, ਸੋ ਅਗਰ ਤੁਸੀਂ ਸਿਰਫ ਉਹਨਾਂ 17 ਦੇ ਉੱਤੇ ਪ੍ਰਭੂ ਦਾ ਪ੍ਰਚਾਰ ਕਰਨਾ ਮੰਗਦੇ ਹੈਗੇ ਆ, ਤਾਂ ਫਿਰ ਤੁਸੀਂ ਜਿਸ ਤਰ੍ਹਾਂ ਕਿ ਇਹਦਾ 10ਵਾਂ ਚੈਪਟਰ ਤੁਹਾਨੂੰ 1 ਆਇਤ ਤੋਂ ਲੈ ਕੇ 24 ਆਇਤ ਤੱਕ ਲੈਣਾ ਪੈਣਾ, ਕਿਉਂਕਿ 10 ਤੋਂ ਲੈ ਕੇ 24 ਤੱਕ ਬਿਲਕੁਲ ਇਸ ਨੂੰ ਉਹ ਬੰਨ ਦਿੰਦਾ ਹੈ। ਸੋ ਹੁਣ ਅਸੀਂ ਇੱਥੇ ਸਿਮਿਲਰਿਟੀ ਕੀ ਦੇਖਦੇ ਪਏ, ਇੱਥੇ ਇੱਕ ਸਿਮਿਲਰਿਟੀ ਦੇਖਦੇ ਪਏ ਮੂਸਾ ਦੇ ਵਿੱਚ ਔਰ ਪ੍ਰਭੂ ਯਿਸੂ ਦੇ ਵਿੱਚ। ਮੂਸਾ ਦੇ ਵਿੱਚ ਔਰ ਪ੍ਰਭੂ ਯਿਸੂ ਦੇ ਵਿੱਚ ਮੂਸਾ ਨੇ ਆਪਣੇ ਮਰਨ ਵੇਲੇ ਇਹ ਕਿਹਾ ਸੀ ਕਿ ਮੇਰੇ ਵਰਗਾ ਇੱਕ ਨਬੀ ਤੁਹਾਨੂੰ ਪ੍ਰਭੂ ਦਏਗਾ, ਤੁਸੀਂ ਉਸ ਦੀ ਸੁਣੋ। ਜਿਹੜਾ ਉਸ ਦੀ ਨਹੀਂ ਸੁਣੇਗਾ ਉਹ ਸਜ਼ਾ ਦਾ ਹੱਕਦਾਰ ਹੋਏਗਾ। ਜਿਸ ਲਈ ਅਸੀਂ ਉੱਥੇ ਜਾਵਾਂਗੇ ਤਾਂ ਉਹ ਇਸੇ ਕਰਕੇ ਜਿਸ ਲਈ ਯਹੂਨਾ ਬਪਤਿਸਮਾ ਦੇਣ ਵਾਲੇ ਦੇ ਕੋਲ ਗਏ ਸੀ ਤਾਂ ਉਸ ਨੂੰ ਪੁੱਛਦੇ ਸੀਗੇ ਕਿ ਤੂੰ ਆਉਣ ਵਾਲਾ ਨਬੀ? ਕਹਿਣ ਦਾ ਮਤਲਬ ਕਿ ਜਿਸ ਦੇ ਬਾਰੇ ਸਾਨੂੰ ਮੂਸਾ ਨੇ ਦੱਸਿਆ ਸੀ। ਤਾਂ ਉਸਨੇ ਕਿਹਾ ਨਹੀਂ, ਮੈਂ ਉਹ ਨਹੀਂ। ਸੋ ਕੌਣ ਸੀ ਉਹ? ਜਿਹੜੀ ਨਬੂਵਤ ਸੀਗੀ ਉਹ ਪ੍ਰਭੂ ਯਿਸੂ ਮਸੀਹ ਦੇ ਵਿੱਚ ਹੋਈ। ਸੋ ਪ੍ਰਭੂ ਯਿਸੂ ਮਸੀਹ ਦੇ ਵਿੱਚ ਸਨ ਮਸਾਇਆ, ਜਿਹੜਾ ਮਸੀਹਾ ਜਿਸ ਨੇ ਆਉਣਾ ਸੀ ਉਹ ਪੂਰਾ ਹੁੰਦਾ ਸੀ। ਪ੍ਰਭੂ ਯਿਸੂ ਮਸੀਹ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਪੂਰੀਆਂ ਹੁੰਦੀਆਂ ਸੀ, ਲੇਕਿਨ ਫਿਰ ਅਸੀਂ ਦੇਖਾਂਗੇ ਕਿਉਂਕਿ ਹੁਣ ਇਸ ਵੇਲੇ ਆਪਣੇ ਕੋਲ ਟਾਈਮ ਘੱਟ ਆ। ਸੋ ਜਿਸ ਵੇਲੇ ਅਸੀਂ ਇਸ ਨੂੰ ਦੇਖਦੇ ਹਾਂ ਤੇ ਉਹ ਜਿਸ ਵੇਲੇ ਵਾਪਸ ਆਏ ਆ ਤੇ ਉਹ ਸਾਰੀਆਂ ਚੀਜ਼ਾਂ ਉਹ ਦੱਸਦੇ ਪਏ ਆ ਜੋ ਪ੍ਰਭੂ ਜੋ ਉਹਨਾਂ ਦੇ ਹੱਥੋਂ ਹੁੰਦੀਆਂ ਸੀਗੀਆਂ। ਔਰ ਉਹ ਪ੍ਰਭੂ ਯਿਸੂ ਮਸੀਹ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਇਹਨਾਂ ਚੀਜ਼ਾਂ ਤੋਂ ਖੁਸ਼ ਨਾ ਹੋ ਕਿ ਭੂਤ ਤੁਹਾਡੇ ਤੋਂ ਡਰਦੇ ਸੀ ਚੱਲੇ, ਲੇਕਿਨ ਇਸ ਚੀਜ਼ ਤੋਂ ਖੁਸ਼ ਹੋ ਕਿ ਤੁਹਾਡੇ ਨਾਮ ਜੀਵਨ ਦੀ ਪੁਸਤਕ ਦੇ ਵਿੱਚ ਲਿਖੇ ਗਏ ਹਨ, ਸਵਰਗ ਦੀ ਪੁਸਤਕ ਦੇ ਵਿੱਚ ਲਿਖੇ ਗਏ ਹਨ। ਸੋ ਹੁਣ ਦੇਖੋ 21ਵੀਂ ਆਇਤ ਕਹਿੰਦਾ, ਉਸ ਵੇਲੇ ਯਿਸੂ ਨੂੰ ਪਵਿੱਤਰ ਆਤਮਾ ਨੇ ਖੁਸ਼ੀ ਨਾਲ ਭਰ ਦਿੱਤਾ ਤੇ ਉਹਨਾਂ ਨੇ ਕਿਹਾ, ਹੇ ਪਿਤਾ ਸਵਰਗ ਅਤੇ ਧਰਤੀ ਦੇ ਮਾਲਕ, ਮੈਂ ਤੈਨੂੰ ਧੰਨਵਾਦ ਦਿੰਦਾ ਹਾਂ ਕਿ ਇਹ ਭੇਤ ਬੁੱਧੀਮਾਨ ਅਤੇ ਗਿਆਨੀਆਂ ਦੇ ਕੋਲ ਗੁਪਤ ਰੱਖੇ, ਪਰ ਤੂੰ ਉਹਨਾਂ ਭੇਤਾਂ ਨੂੰ ਸਧਾਰਨ ਲੋਕਾਂ ਦੇ ਉੱਤੇ ਪ੍ਰਗਟ ਕੀਤਾ ਹੈ। ਇਹ ਪਿਤਾ ਤੈਨੂੰ ਇਹੋ ਚੰਗਾ। ਔਰ ਇਹੋ ਹੀ ਚੀਜ਼ ਅਸੀਂ ਉੱਥੇ ਦੇਖਦੇ ਪਏ ਹਾਂ, ਮੂਸਾ ਦੇ ਵਿੱਚ ਦੇਖਦੇ ਪਏ ਹਾਂ, ਜਿਸ ਲਈ ਅਸੀਂ 11ਵੇਂ ਪਾਸ ਦੇ ਵਿੱਚ ਵਾਪਸ ਆਉਂਦੇ ਹਾਂ, ਅਸੀਂ ਵਾਪਸ ਗਿਣਤੀ ਦੇ ਵਿੱਚ ਆਉਂਦੇ। ਇਹੋ ਹੀ ਚੀਜ਼ ਅਸੀਂ ਮੂਸਾ ਦੇ ਵਿੱਚ ਦੇਖਦੇ ਪਏ ਹਾਂ। ਸੋ ਕੀ ਹੁੰਦਾ ਪਿਆ ਕਿ 70 ਆਦਮੀਆਂ ਦੇ ਵਿੱਚੋਂ, ਮੈਂ 26ਵੀਂ ਆਇਤ ਤੋਂ ਲੱਗਾ ਪੜ੍ਹਨ, 70 ਆਦਮੀਆਂ ਦੇ ਵਿੱਚੋਂ 2 ਅਲਦਾਦ ਅਤੇ ਮਦਾਦ ਪਿੱਛੇ ਡੇਰਿਆਂ ਦੇ ਵਿੱਚ ਠਹਿਰ ਗਏ ਸਨ। ਇਸ ਲਈ ਜਦੋਂ ਬਾਕੀ ਦੇ ਆਦਮੀਆਂ ਤੇ ਜੋ ਤੰਬੂ ਦੇ ਸਾਹਮਣੇ ਗਏ ਸਨ ਆਤਮਾ ਉੱਤਰ ਆਇਆ, ਤਾਂ ਉਹਨਾਂ ਦੋਹਾਂ ਆਦਮੀਆਂ ਤੇ ਵੀ ਆਤਮਾ ਉੱਤਰ ਆਇਆ ਅਤੇ ਉਸ ਲਈ ਉਹ ਡੇਰਿਆਂ ਦੇ ਵਿੱਚ ਅਗੰਮੀ ਵਾਕ ਕਰਨ ਲੱਗ ਪਏ। ਇਸ ਤੇ ਕਿਸੇ ਜਵਾਨ ਨੇ ਨੱਠ ਕੇ ਜਾ ਕੇ ਮੂਸਾ ਨੂੰ ਇਹਨਾਂ ਦੋਹਾਂ ਆਦਮੀਆਂ ਦੇ ਬਾਰੇ ਦੱਸਿਆ ਕਿ ਉਹ ਅਗੰਮੀ ਵਾਕ ਕਰ ਰਹੇ ਹਨ। ਤਦ ਨੂਨ ਦੇ ਪੁੱਤਰ ਯਸ਼ੂਆ ਨੇ, ਜੋ 17 ਦੇ ਵਿੱਚੋਂ ਇੱਕ ਸੀ, ਨੇ ਮੂਸਾ ਦਾ ਸੇਵਕ ਸੀ, ਨੇ ਮੂਸਾ ਨੂੰ ਕਿਹਾ, ਸਵਾਮੀ ਜੀ ਇਹਨਾਂ ਨੂੰ ਰੋਕੋ। ਪਰ ਮੂਸਾ ਨੇ ਉੱਤਰ ਦਿੱਤਾ, ਤੂੰ ਮੇਰੀ ਇੱਛਾ ਜਾਣਨੀ ਚਾਹੁੰਦਾ ਹੈ ਤਾਂ ਜਾਣ, ਮੈਂ ਤਾਂ ਇਹ ਚਾਹੁੰਦਾ ਹਾਂ ਕਿ ਸਭ ਲੋਕਾਂ ਨੂੰ ਇਹ ਆਤਮਾ ਦੇਵੇ ਅਤੇ ਉਹ ਨਬੀ ਬਣ ਜਾਣ। ਇਸ ਦੇ ਪਿੱਛੋਂ ਮੂਸਾ ਅਤੇ 70 ਆਦਮੀ ਵਾਪਸ ਡੇਰਿਆਂ ਬਿਲਕੁਲ ਅਸੀਂ ਇਸ ਦਾ
ਅਸੀਂ ਉੱਥੇ ਅਸੀਂ ਅਸਲੀ ਦੇਖਿਆ, ਇੱਥੇ ਅਸੀਂ ਪਰਛਾਈ, ਇੱਥੇ ਅਸੀਂ ਪਰਛਾਈ, ਉੱਥੇ ਅਸੀਂ ਅਸਲੀ ਦੇਖਦੇ। Isn't God amazing? ਦੇਖੋ ਕਿੰਨੀਆਂ ਚੀਜ਼ਾਂ ਉਸ ਅਸੀਂ ਬਹੁਤ ਵਾਰੀ ਇਹਨਾਂ ਕਿਤਾਬਾਂ ਨੂੰ ਛੱਡ ਜਾਂਦੇ ਨੇ ਕਿ ਇੱਥੇ ਤਾਂ ਨਾ ਆਇਆ, ਲੇਕਿਨ ਦੇਖੋ ਕਿੱਦਾਂ ਦੀਆਂ ਚੀਜ਼ਾਂ ਇਹਦੇ ਵਿੱਚੋਂ ਵੀ ਅਸੀਂ ਦੇਖਦੇ, ਔਰ ਨਾਵਾਂ ਦੇ ਵਿੱਚੋਂ ਵੀ ਸਾਨੂੰ ਦੇਖੋ ਕਿੰਨੀਆਂ ਚੀਜ਼ਾਂ ਜਿਹੜੇ ਅਸੀਂ ਨਾਵਾਂ ਨੂੰ ਪੜ੍ਹਦੇ ਉਹਨਾਂ ਦੇ ਵਿੱਚੋਂ ਵੀ ਸਾਨੂੰ ਕਿੱਦਾਂ ਦੀਆਂ ਚੀਜ਼ਾਂ ਮਿਲਦੀਆਂ। ਕੱਲ ਨੂੰ ਅਸੀਂ 12ਵਾਂ ਭਾਵ ਦੇਖਾਂਗੇ ਔਰ ਫਿਰ ਅਸੀਂ ਅੱਗੇ ਵਧਾਂਗੇ 13ਵੇਂ ਭਾਵ ਦੇ ਵਿੱਚ, ਔਰ ਕੱਲ ਨੂੰ ਥੋੜਾ ਜਿਹਾ ਮੈਪ ਦੇਖਾਂਗੇ ਕਿ ਕਿਸ ਤਰ੍ਹਾਂ ਅੱਗੇ ਵੱਧਦੇ ਪਏ ਆ, ਕਿੱਦਾਂ ਅੱਗੇ ਵੱਧਦੇ ਆ, ਥੋੜਾ ਜਿਹਾ ਮੂਵੀ ਦਾ ਹਿੱਸਾ ਦੇਖਾਂਗੇ ਔਰ ਥੋੜਾ ਜਿਹਾ ਮੈਪ ਦੇਖਾਂਗੇ। ਪਾਸਟਰ ਜੀ ਸਾਡੀ ਫੈਮਿਲੀ ਲਈ ਵੀ ਦੁਆ ਕਰਿਓ। ਹਾਂਜੀ, ਸਾਡੇ ਫੈਮਿਲੀ ਲਈ ਦੁਆ ਕਰਿਓ। ਸਾਡੀ ਜਿੱਦਾਂ ਮੇਰੀ ਨਨਾਣ ਦੀ ਕੁੜੀ 50 ਸਾਲ ਦੀ ਉਹਦੀ ਡੈਥ ਹੋ ਗਈ ਸਵੇਰੇ, ਇੰਗਲੈਂਡ ਵਿੱਚ ਸੀ ਹੁੰਦੀ। ਅੱਛਾ, ਹਾਂਜੀ, ਪ੍ਰਦੀਪ ਸੀ ਉਹਦਾ ਨਾਮ। ਅੱਛਾ, ਪਿਆਰੇ ਪ੍ਰਭੂ ਤੇਰਾ ਅਸੀਂ ਸ਼ੁਕਰ ਕਰਦੇ ਹਾਂ ਕਿ ਅਸੀਂ ਤੇਰੇ ਕੋਲ ਆਪਣੀ ਦੁਆ ਲੈ ਕੇ ਆ ਸਕਦੇ ਹਾਂ। ਤੂੰ ਸ਼ਾਂਤੀ ਦਾ ਪਰਮੇਸ਼ਵਰ ਆ, ਤੂੰ ਦਇਆ ਦਾ ਪਰਮੇਸ਼ਵਰ। ਜ਼ਖਮ ਲਾਉਣੇ ਤਾਂ ਪ੍ਰਭੂ ਜੀ ਸਾਨੂੰ ਆਉਂਦੇ ਪਰ ਭਰਨੇ ਨਹੀਂ ਆਉਂਦੇ। ਤੂੰ ਉਹ ਪਰਮੇਸ਼ਵਰਾਂ ਦੀ ਜ਼ਖਮਾਂ ਨੂੰ ਭਰ। ਇਸ ਇਨਸਾਨ ਨੂੰ ਤੂੰ ਕਿੰਨਾ ਸਮਾਂ ਦਿੱਤਾ ਪ੍ਰਭੂ ਜੀ, ਉਹ ਤੂੰ ਜਾਣਦਾ, ਪਰ ਸਾਨੂੰ ਇੰਨਾ ਵਚਨ ਦੱਸਦਾ ਤੂੰ ਗਿਣ ਕੇ ਦਿਨ ਦਿੱਤੇ ਔਰ ਗਿਣ ਕੇ ਸਾਹ ਦਿੱਤੇ। ਉਸ ਜੀਵਨ ਨੂੰ ਅਸੀਂ ਕਿਸ ਤਰ੍ਹਾਂ ਬਤਾਉਂਦੇ ਹਾਂ ਪ੍ਰਭੂ ਜੀ? ਇਹ ਸਿਰਫ ਤੇ ਸਿਰਫ ਤੇਰਾ ਪਵਿੱਤਰ ਆਤਮਾ ਜਦੋਂ ਸਾਨੂੰ ਲੀਡ ਕਰਦਾ, ਸਾਨੂੰ ਤਾਕਤ ਦਿੰਦਾ, ਤਾਂ ਉਹ ਸਾਡੇ ਤਨ ਔਰ ਮਨ ਨੂੰ ਚਲਾਉਂਦਾ। ਪਿਆਰੇ ਪ੍ਰਭੂ, ਹਰ ਜਨ ਦੇ ਬਾਰੇ ਤੂੰ ਜਾਣਦਾ, ਉਸ ਦੀ ਜ਼ਰੂਰਤ ਨਹੀਂ। ਇਸ ਵੇਲੇ ਪ੍ਰਭੂ ਜੀ ਇੰਗਲੈਂਡ ਦੇ ਵਿੱਚ ਪ੍ਰਦੀਪ ਦੇ ਖਾਨਦਾਨ ਦੇ ਵਿੱਚ ਪ੍ਰਭੂ ਜੀ ਇਸ ਵੇਲੇ ਉਹਨਾਂ ਦੇ ਘਰ ਦੇ ਵਿੱਚੋਂ ਜਨ ਚਲਾ ਗਿਆ। ਪਿਆਰੇ ਪ੍ਰਭੂ, ਤੂੰ ਸ਼ਾਂਤੀ ਤੋਂ ਸਿਵਾਏ ਤੇਰੇ ਤੋਂ ਹੋਰ ਕਿਸੇ ਦੇ ਕੋਲ ਹੈ ਨਹੀਂ, ਕਿਉਂਕਿ ਤੂੰ ਆਪਣੀ ਸ਼ਾਂਤੀ ਦੇ। ਇਸ ਵੇਲੇ ਖੁਦਾਵੰਦ ਖਾਨਦਾਨ ਜਿੱਥੇ ਜਿੱਥੇ ਵੀ ਬੈਠਾ, ਚਾਹੇ ਇੰਗਲੈਂਡ ਦੇ ਵਿੱਚ ਆ, ਚਾਹੇ ਕੈਨੇਡਾ ਦੇ ਵਿੱਚ ਆ, ਚਾਹੇ ਇੰਡੀਆ ਦੇ ਵਿੱਚ ਆ, ਪ੍ਰਭੂ ਜੀ ਤੂੰ ਸਾਰਿਆਂ ਤੱਕ ਜਿੱਥੇ ਜਿੱਥੇ ਇਹ ਸੁਨੇਹਾ ਜਾਂਦਾ, ਖੁਦਾਵੰਦ ਪਿਆਰ ਰਹਿਮ ਦਾ ਹੱਥ ਵੀ ਜਾਏ। ਕੋਈ ਐਸੀ ਚੀਜ਼ ਉੱਥੇ ਪ੍ਰਭੂ ਜੀ ਉਤਪੰਨ ਕਰੀ ਜਿਸ ਦੇ ਨਾਲ ਤੇਰਾ ਨਾਮ ਵੀ ਉੱਥੇ ਜਾਏ ਔਰ ਤੇਰੀ ਸ਼ਾਂਤੀ ਵੀ ਜਾਏ। ਇਸ ਵੇਲੇ ਮੇਰੀ ਭੈਣ ਦੇ ਨਾਲ ਵੀ ਬਣਿਆ ਰਹਿ, ਮੇਰੇ ਭਰਾ ਦੇ ਨਾਲ ਵੀ ਬਣਿਆ ਰਹਿ ਪ੍ਰਭੂ ਜੀ। ਬੱਚਿਆਂ ਦੇ ਜਾਣ ਦੇ ਨਾਲ ਬਹੁਤ ਦੁੱਖ ਹੁੰਦਾ, ਸੋ ਇਸ ਵੇਲੇ ਖਾਸ ਕਰਕੇ ਬਜ਼ੁਰਗਾਂ ਦੇ ਨਾਲ ਸਭ ਕੁਛ ਮੈਂ ਤੇਰੇ ਮਿੱਠੇ ਪਿਆਰੇ ਯਿਸੂ ਨਾਮ ਦੇ ਵਿੱਚ। ਪਿਆਰੇ ਪ੍ਰਭੂ, ਤੇਰਾ ਸ਼ੁਕਰ ਕਰਦੇ ਇਸ ਵਚਨ ਦੇ ਲਈ ਜੋ ਸਾਨੂੰ ਜਿਸ ਦੇ ਵਿੱਚ ਤੂੰ ਸਾਨੂੰ ਲੈ ਕੇ ਜਾ ਰਹੀ, ਇਸ ਯਾਤਰਾ ਦੇ ਲਈ ਜਿਸ ਦੇ ਵਿੱਚ ਵੀ ਅਸੀਂ ਗੁਜ਼ਰਦੇ ਪਏ। ਪਿਆਰੇ ਪ੍ਰਭੂ, ਤੂੰ ਆਪਣੀ ਬਰਕਤ ਔਰ ਆਪਣੇ ਰਹਿਮ ਦੇ ਨਾਲ ਇਸੇ ਤਰ੍ਹਾਂ ਸਾਨੂੰ ਲੈ ਕੇ ਜਾ। ਇਸ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜੋ ਸਾਡੀ ਜ਼ਿੰਦਗੀ ਦੇ ਲਈ ਪ੍ਰਭੂ ਜੀ, ਬਹੁਤ ਸਾਰੀਆਂ ਆਇਤਾਂ ਐਸੀਆਂ ਜੋ ਜਿਸ ਦੇ ਨਾਲ ਸਾਨੂੰ ਬਰਕਤ ਮਿਲੇ। ਮੇਰੇ ਭੈਣਾਂ ਭਰਾਵਾਂ ਦੇ ਨਾਲ ਬਣਿਆ ਰਹੇ, ਬੱਚਿਆਂ ਦੇ ਨਾਲ ਬਣਿਆ ਰਹੇ। ਪਿਆਰੇ ਪ੍ਰਭੂ, ਜੋ ਬੱਚੇ ਜਿਨ੍ਹਾਂ ਨੇ ਆਪਣਾ ਮਾਰਗ ਲਿਆ, ਖੁਦਾਵੰਦ ਸਵਾਏ ਤੇਰੇ ਤੋਂ ਉਹਨਾਂ ਨੂੰ ਵਾਪਸ ਛੋਟੇ ਮਾਰਗ ਤੇ ਕੋਈ ਨਹੀਂ ਲੈ ਕੇ ਆ ਸਕਦਾ, ਕਿ ਮਨ ਨੂੰ ਬਦਲਣ ਵਾਲਾ ਪਰਮੇਸ਼ਵਰ। ਸੋ ਪਿਆਰੇ ਪ੍ਰਭੂ, ਤੂੰ ਉਹਨਾਂ ਦੇ ਉੱਤੇ ਇਸ ਵਕਤ ਨੂੰ ਅਸੀਂ ਤੇਰੇ ਪਵਿੱਤਰ ਹੱਥਾਂ ਜਦ ਹੁਣ ਤੋਂ ਲੈ ਕੇ ਜਦ ਤੱਕ ਅਸੀਂ ਦੁਆਰਾ ਮਿਲੀਏ, ਸਾਡਾ ਤਨ, ਸਾਡਾ ਮਨ, ਸਾਡੀ ਆਤਮਾ, ਪ੍ਰਭੂ ਜੀ ਤਿੰਨਾਂ ਨੂੰ ਤੂੰ ਸ਼ਾਂਤੀ, ਆਰਾਮ ਉਸੇ ਯਿਸੂ ਦੇ ਮਿੱਠੇ ਬਲੈਸ ਯੂ। ਤੁਹਾਡੇ ਸਭ ਨੂੰ ਬਰਕਤ ਹੈ, ਤੁਹਾਡੇ ਸਾਰਿਆਂ ਦੇ ਨਾਲ ਬਰਕਤ। ਕੱਲ ਨੂੰ ਅਸੀਂ ਬਹੁਤ ਇੰਪੋਰਟੈਂਟ ਚੀਜ਼ਾਂ 3-4 ਹੋਰ ਦੇਖਾਂਗੇ। ਬਲੈਸ ਯੂ।